ਜਸਬੀਰ ਮੰਡ ਦਾ ਨਾਵਲ ਬੋਲ ਮਰਦਾਨਿਆਂ ਦਾ 29ਵਾਂ ਅੰਗ। ਦੇਸ ਪੰਜਾਬ ਦੇ ਪਹਿਲੇ ਪੜਾਅ ਉੱਤੇ ਮਰਦਾਨੇ ਨੇ ਕੰਠ ਕੀਤੇ ਫਰੀਦ ਦੇ ਸ਼ਲੋਕ ਰਬਾਬ ਦੀ ਸੰਗਤ ਨਾਲ ਗਾਏ। ਇਹ ਪੰਜਾਬ ਦੀ ਸਰਹੱਦ ਅੰਦਰ ਪਹਿਲਾ ਕੀਰਤਨ ਸੀ। ਕੋਲ ਬੈਠੇ ਬਾਬੇ ਨੇ ਅੱਖਾਂ ਖੋਲ੍ਹ ਉਹਦੀ ਪਿੱਠ ਪਲੋਸੀ। ਉਜਾੜ ਮੁੱਕ ਗਈ ਸੀ, ਅੱਗੇ ਹਰੀਆਂ ਭਰੀਆਂ ਜੂਹਾਂ ਦਿਸਣ ਲੱਗ ਪਈਆਂ ਸਨ। ਅੱਸੂ ਦੇ ਅੰਤਲੇ ਦਿਨ ਸਨ। ਪੰਜਾਬ ਦੇ ਦਰਿਆ ਲਹਿ ਗਏ ਸਨ। ਜਿੱਥੇ ਨੇਜ਼ੇ ਨੇਜ਼ੇ ਪਾਣੀ ਚੜ੍ਹਿਆ ਸੀ ਉੱਥੇ ਸਿਰਫ ਸਲਾਬ ਹੀ ਰਹਿ ਗਈ ਸੀ। ਵਗਦੇ ਪਾਣੀ ਨੀਵੇਂ ਹੋ ਗਏ ਸਨ, ਪਰ ਨਾਲ ਹੀ ਠੰਡੇ ਵੀ ਹੋ ਗਏ ਸਨ। ਲੰਘੀ ਬਰਸਾਤ ਨਾਲ ਧੋਤੇ ਨਦੀਆਂ, ਚੋਏ, ਚੋਈਆਂ ਤੇ ਤਲ ਹੁਣ ਧੁੱਪ ਸੇਕ ਰਹੇ ਸਨ। ਪੱਥਰਾਂ ਦੀ ਪਿੱਠ ਥੱਲੇ ਦੀ ਸਲਾਬ ਹੁਣ ਸੁੱਕ ਰਹੀ ਸੀ। ਆਪਣੇ ਨਾਲ ਲੈ ਕੇ ਆਈਆਂ ਨਦੀਆਂ ਉੱਪਰੀ ਮਿੱਟੀ ਦੀਆਂ ਪਰਤਾਂ ਨੂੰ ਤਲਾਂ ਦੀ ਮਿੱਟੀ ਨਾਲ ਸੁਕਾ ਰਹੀਆਂ ਸਨ। ਸਿਰ ਤੇ ਉੱਠਦੇ ਰੰਗ ਬਰੰਗੇ ਸਿਆਲੂ ਬੱਦਲ ਦੁਪਹਿਰ ਤੱਕ ਅਸਮਾਨ 'ਚੋਂ ਗਾਇਬ ਹੋ ਜਾਂਦੇ, ਪਰ ਰਾਹੀਆਂ ਦੀਆਂ ਗੱਲਾਂ ਹੁਣ ਪੂਰੀਆਂ ਸਮਝ ਆ ਰਹੀਆਂ ਸਨ। ਹੁਣੇ ਉਹ ਇੱਕ ਛੋਟੇ ਜਿਹੇ ਪੇਂਡੂ ਮੇਲੇ ਵਿੱਚ ਦੀ ਲੰਘੇ। ਹਿਰਦੇ ਤੋਂ ਬਿਨਾਂ ਨੱਚਦੀਆਂ ਕਾਠ ਦੀਆਂ ਪੁਤਲੀਆਂ ਦੇ ਇਸ਼ਾਰੇ ਮਰਦਾਨੇ ਨੂੰ ਬੜੇ ਭਾਵਹੀਨ ਜਾਪੇ। ਉਹ ਕਿੰਨੀ ਦੇਰ ਅਸਮਾਨ ਉੱਪਰ ਇੱਕ ਪੰਛੀ ਨੂੰ ਖੁੱਲ੍ਹੇ ਪੰਖ ਛੱਡ ਜ਼ਮੀਨ ਵੱਲ ਖੁੱਲ੍ਹ ਲੈਂਦਿਆਂ ਵੇਖਦਾ ਰਿਹਾ। ਅਜਿਹੇ ਪੰਛੀ ਦਿਸੇ ਤਾਂ ਪਹਿਲਾਂ ਵੀ ਬਹੁਤ ਸਨ, ਪਰ ਅੱਜ ਜ਼ਮੀਨ ਵੱਲ ਉਤਰਦੇ ਬੜੇ ਚੰਗੇ ਲੱਗ ਰਹੇ ਸਨ। ਅਜਿਹੀਆਂ ਲੰਮੀਆਂ ਉਡਾਣਾਂ ਭਰਨ ਤੋਂ ਬਾਅਦ ਉਹਨੇ ਵੀ ਹੁਣ ਤਲਵੰਡੀ ਉੱਤੇ ਉਤਰਨਾ ਸੀ। ਪਾਣੀਪਤ ਤੋਂ ਥਾਨੇਸਰ ਪਹੁੰਚੇ। ਥਾਨੇਸਰ ਤੋਂ ਅਗਲੀ ਰਾਤ ਇੱਕ ਮੂਰਤੀ ਤਰਾਸ਼ ਕੋਲ ਕੱਟੀ। ਉਹ ਦੇਰ ਰਾਤ ਤੱਕ ਬਾਬੇ ਨਾਲ ਗੱਲਾਂ ਕਰਦਾ ਰਿਹਾ। ਜਦੋਂ ਮਰਦਾਨੇ ਦੀ ਸਵੇਰੇ ਜਾਗ ਖੁੱਲ੍ਹੀ ਤਾਂ ਬੁੱਤ ਤਰਾਸ਼ ਨੇ ਇੱਕ ਵੱਡੇ ਪੱਥਰ ਵੱਲ ਇਸ਼ਾਰਾ ਕਰਕੇ ਕਿਹਾ, ਤੂੰ ਤਾਂ ਰਾਤ ਸੌਂ ਗਿਆ ਸੀ, ਆ ਪੱਥਰ ਵੇਖ, ਇਹਦੇ 'ਚੋਂ ਤੈਨੂੰ ਤਰਾਸ਼ਣਾ ਹੈ। ਮਰਦਾਨੇ ਨੇ ਧਿਆਨ ਨਾਲ ਉਸ ਬਿਰਧ ਵੱਲ ਵੇਖਿਆ। ਲਾਹੌਰ ਦੇ ਵੇਸਵਾ ਮੰਦਰ 'ਚੋਂ ਅਧੂਰਾ ਬੁੱਤ ਤੂੰ ਹੀ ਛੱਡ ਕੇ ਆਇਆ? ਹਾਂ। ਮੇਰੇ ਬੁੱਤ ਉੱਤੇ ਜੇ ਕੁੱਤੇ ਉੱਤੇ ਬੈਠੀ ਘੁੱਗੀ ਉੱਡ ਜਾਂਦੀ ਤਾਂ ਮੇਰੇ ਕੋਲ ਕੀ ਬਚਣਾ ਸੀ। ਕਦੇ ਕਦੇ ਬੁੱਤਾਂ ਨੂੰ ਤਰਾਸ਼ਦੇ ਸੰਗੀਤ ਨੂੰ ਵੀ ਵਰਤ ਕੇ ਵੇਖ ਲੈਣਾ। ਰਾਤ ਇਹੋ ਪੁੱਛਦਾ ਰਿਹਾ ਪੁਰਖਿਆਂ ਕੋਲੋਂ। ਥਾਨੇਸਰ ਤੋਂ ਸੰਗਰੂਰ ਵੱਲ ਜਾਂਦੇ ਰਸਤੇ 'ਚੋਂ ਕਾਫੀ ਦੂਰ ਤੱਕ ਉਹਨਾਂ ਨਾਲ ਤੁਰਦਾ ਗਿਆ। ਬਜ਼ੁਰਗੋ, ਹੁਣ ਤੁਸੀਂ ਮੁੜ ਜਾਓ, ਮਰਦਾਨੇ ਨੇ ਕਿਹਾ। ਮੈਂ ਤਾਂ ਪਿੱਛੇ ਬੁੱਤ ਹੀ ਛੱਡ ਕੇ ਆਇਆ। ਉਹ ਆਪਣੀ ਜਗ੍ਹਾ ਤੋਂ ਉੱਠ ਨਹੀਂ ਸਕਦੇ। ਜਦੋਂ ਰੁਕਿਆ ਤਾਂ ਕਾਫੀ ਦੇਰ ਰੁਕਿਆ ਹੀ ਰਿਹਾ। ਮਰਦਾਨੇ ਨੇ ਕਈ ਵਾਰ ਪਿੱਛੇ ਮੁੜ ਕੇ ਵੇਖਿਆ। ਦੂਜੇ ਦਿਨ ਜਦੋਂ ਤਖਤੂਪੁਰੇ ਪਹੁੰਚੇ ਤਾਂ ਦੁਪਹਿਰ ਹੋ ਚੁੱਕੀ ਸੀ। ਪੱਤਣ ਉੱਤੇ ਬੇੜੀ ਵੇਖਣ ਗਿਆ ਮਰਦਾਨਾ ਕਿੰਨੀ ਦੇਰ ਸਤਲੁਜ ਦੇ ਕੰਢੇ ਧੋਤੇ ਹੋਏ ਰੇਤੇ ਉੱਤੇ ਤੁਰਦਾ ਰਿਹਾ। ਬਰਸਾਤਾਂ ਦੇ ਪਾਣੀਆਂ ਨਾਲ ਧੋਤੇ ਹੋਏ ਕਿਨਾਰੇ ਉਹਨੂੰ ਹਮੇਸ਼ਾ ਚੰਗੇ ਲੱਗਦੇ ਸੀ। ਕੰਢੇ ਉੱਤੇ ਬੇੜੀ ਖੜੀ ਸੀ, ਪਰ ਅੱਜ ਮਲਾਹ ਨਹੀਂ ਸੀ ਆਇਆ। ਅੱਜ ਦੀ ਰਾਤ ਇੱਥੇ ਕੱਟਣੀ ਪੈਣੀ ਸੀ। 12 ਸਾਲ ਬਾਅਦ ਅੱਜ ਥੋੜ੍ਹੀ ਅੱਗੇ ਜਾਣ ਦੀ ਕਾਹਲੀ ਸੀ। ਇਸ ਇੱਛਾ ਨੇ ਸੁਲਤਾਨਪੁਰ ਤੋਂ ਹੋ ਕੇ ਤਲਵੰਡੀ ਪਹੁੰਚਣਾ ਸੀ। ਬਰੇਤੀ ਤੇ ਖੜ ਕੇ ਉਤਰੇ ਪਾਣੀ ਵਾਲੇ ਕਿਨਾਰਿਆਂ ਦੇ ਵਗਦੇ ਪਾਣੀ ਵੱਲ ਝੁਕਾਅ ਵੇਖਦਾ ਰਿਹਾ। ਉਹਨੇ ਉਹ ਕਾਲੇ ਪੈ ਗਏ ਪੱਥਰ ਵੀ ਵੇਖੇ ਜਿਨ੍ਹਾਂ ਉੱਪਰੋਂ ਲੰਘੇ ਪਾਣੀਆਂ ਦੇ ਸਫ਼ਰਾਂ ਨੇ ਰਸਤਾ ਮੰਗਿਆ ਸੀ। ਰਬਾਬ ਵਜਾਉਣ ਨੂੰ ਜੀ ਕੀਤਾ, ਪਰ ਰਬਾਬ ਉਹ ਬਾਬੇ ਕੋਲ ਛੱਡ ਆਇਆ ਸੀ। ਜਦੋਂ ਵਾਪਸ ਪਹੁੰਚਿਆ ਤਾਂ ਕੁਝ ਲੋਕਾਂ ਵਿਚਕਾਰ ਬੈਠਾ ਬਾਬਾ ਰਬਾਬ ਵਜਾ ਰਿਹਾ ਸੀ। ਬੇੜੀ ਉੱਤੇ ਮਲਾਹ ਨਹੀਂ ਸੀ, ਇਹ ਦੱਸਣਾ ਹੀ ਭੁੱਲ ਗਿਆ। ਦਰਵਾਜ਼ਾ ਖੁੱਲ੍ਹਾ ਸੀ। ਟਹਿਲਣ ਨੇ ਹੈਰਾਨੀ ਨਾਲ ਵੇਖਿਆ, ਵਿਹੜੇ 'ਚ ਬੈਠੀ ਮਾਲਕਣ ਦੇ ਕਦਮਾਂ ਵੱਲ ਕੌਣ ਫਕੀਰ ਝੁਕ ਰਿਹਾ। ਅੱਧ ਵਿਚਕਾਰ ਰੋਕ ਉਹਨੂੰ ਗੱਲ ਲਾਉਣ ਲਈ ਮਾਲਕਣ ਖੜੀ ਹੋ ਗਈ। ਮੈਨੂੰ ਆਉਂਦਾ ਤਾਂ ਵੇਖ ਲੈਣ ਦਿੰਦਾ। ਮਰਦਾਨੇ ਨੇ ਮੌਕਾ ਵੇਖ ਪੂਰੇ ਕਦਮਾਂ ਨੂੰ ਛੋਹਿਆ। ਬਾਬੇ ਦੇ ਗਲ ਲੱਗੀ। ਉਹਨੇ ਇੱਕ ਅੱਖ ਮਰਦਾਨੇ ਵੱਲ ਝੁਕੀ। ਉਹਦੀ ਇੱਕ ਅੱਖ ਮਰਦਾਨੇ ਵੱਲ ਝੁਕੀ ਤੇ ਗਲਵੱਕੜੀ ਦਾ ਇੱਕ ਹੱਥ ਛੱਡ ਉਹਦਾ ਸਿਰ ਪਲੋਸਿਆ। ਫਿਰ ਨਾਨਕੀ ਨੇ ਬਾਹੋਂ ਫੜ ਸ੍ਰੀ ਚੰਦ ਨੂੰ ਬਾਬੇ ਅੱਗੇ ਕੀਤਾ। ਸਾਈਂ ਵੱਲ ਰਹੋ। ਬਾਬੇ ਨੇ ਇੱਕ ਵਾਰ ਉਹਦੇ ਸਿਰ ਉੱਤੇ ਹੱਥ ਰੱਖਿਆ। ਪਤਾ ਨਹੀਂ ਕਿਉਂ ਨਾਨਕੀ ਸਾਹਮਣੇ ਬਾਬਾ ਗਲ ਦੀਆਂ ਮਾਲਾ ਨੂੰ ਉਤਾਰਨ ਲੱਗ ਪੈਂਦਾ ਹੈ। ਮਰਦਾਨੇ ਵੇਖਿਆ, ਮਾਲਾ ਦਾ ਇੱਕ ਵੱਡਾ ਗੁੱਛਾ ਉਤਾਰ ਬਾਬੇ ਨੇ ਰਬਾਬ 'ਤੇ ਰੱਖ ਦਿੱਤਾ। ਨਾਨਕੀ ਅੰਦਰੋਂ ਇੱਕ ਥਾਲ ਚੁੱਕ ਲਈ। ਇਸ ਥਾਲ 'ਚ ਰੱਖ ਦਿਓ ਦੋਵੇਂ ਆਪੋ ਆਪਣੀਆਂ। ਜਿਸ ਤਰ੍ਹਾਂ ਨਾਨਕੀ ਉੱਚੀ ਉੱਚੀ ਹੱਸਦੀ ਖੁਸ਼ੀ ਜ਼ਾਹਰ ਕਰ ਰਹੀ ਸੀ, ਉਹਨੂੰ ਸੁਣ ਕੁਝ ਗੁਆਂਢਣਾਂ ਵੀ ਆ ਪਹੁੰਚੀਆਂ। ਨੌਕਰ ਕਿਲੇ 'ਚ ਜੈ ਰਾਮ ਨੂੰ ਸੁਨੇਹਾ ਦੇ ਆਇਆ ਸੀ। ਰਸੋਈ 'ਚ ਟਹਿਲਣਾ ਤੇ ਵਿਹੜੇ 'ਚ ਚਹਿਲ ਪਹਿਲ ਹੋ ਗਈ ਸੀ। ਥੋੜ੍ਹੀ ਦੇਰ ਬਾਅਦ ਜੈ ਰਾਮ ਦਾ ਘੋੜਾ ਵੀ ਆ ਪਹੁੰਚਿਆ ਸੀ। ਆਲੇ ਦੁਆਲੇ ਦੇ ਲੋਕ ਵੀ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਸਿਆਲ ਦੀ ਦੁਪਹਿਰ ਸੀ। ਧੁੱਪ ਵਿੱਚ ਖੜਨਾ ਚੰਗਾ ਲੱਗ ਰਿਹਾ ਸੀ। ਲੋਕੀ ਗੱਲਾਂ ਕਰ ਰਹੇ ਸਨ। ਉਹ ਫਕੀਰ ਫਿਰ ਮੁੜ ਆਇਆ, ਜਿਹਨੇ 12 ਸਾਲ ਪਹਿਲਾਂ ਮੋਦੀਖਾਨੇ 'ਚ ਲਹਿਰਾਂ ਲਾਈਆਂ ਸਨ। ਸਭ ਤੋਂ ਪਹਿਲਾਂ ਮਰਦਾਨੇ ਦਾ ਮੋਦੀਖਾਨੇ ਨੂੰ ਵੇਖਣ ਲਈ ਜੀ ਕੀਤਾ। ਬਹੁਤ ਹੀ ਗਰੀਬ ਲੋਕ ਅੰਨ ਦੀ ਵਿੱਥ 'ਤੇ ਖੜ੍ਹੇ ਸਨ। ਉਹ ਬਾਹਰੋਂ ਆਏ ਸੌਣੀ ਦੇ ਅਨਾਜ ਨੂੰ ਊਠਾਂ ਉੱਪਰੋਂ ਉਤਰਦਾ ਵੇਖ ਰਹੇ ਸਨ। ਗੱਲਾਂ ਇੱਥੇ ਵੀ ਬਾਬੇ ਦੇ ਆਉਣ ਦੀਆਂ ਹੋ ਰਹੀਆਂ ਸੀ। ਉਹ ਫਕੀਰ ਫਿਰ ਮੁੜ ਆਇਆ। ਮਰਦਾਨਾ ਚੁੱਪਚਾਪ ਖੜਾ ਰਿਹਾ। ਕਿੰਨੇ ਸਾਲਾਂ ਬਾਅਦ ਉਹਨੇ ਮੋਦੀਖਾਨੇ ਲਈ ਫਿਰ
ਪਹਿਲਾਂ ਵਾਂਗ ਹੋਣ ਲਈ ਦੁਆ ਕੀਤੀ। ਇੱਕ ਬਹੁਤ ਹੀ ਗਰੀਬ ਬੰਦਾ ਉਹਦੇ ਕੋਲ ਆਇਆ। ਵੇਖ, ਮੋਦੀਖਾਨੇ 'ਚ ਅਨਾਜਾਂ ਦੇ ਭੰਡਾਰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਨੇ, ਪਰ ਨਾਨਕ ਵਾਂਗ ਵੰਡਦਾ ਕੋਈ ਨਹੀਂ। ਉਹਨੂੰ ਵੇਖ ਇੱਕ ਜਣਾ ਹੋਰ ਆਇਆ। ਆਪਣੇ ਸਾਈਂ ਨੂੰ ਕਵੀ ਇੱਕ ਵਾਰ ਮੋਦੀਖਾਨੇ ਫੇਰਾ ਪਾ ਜਾਏ। ਅਜਿਹੀਆਂ ਗੱਲਾਂ ਸੁਣਦਾ ਉਹ ਵਾਪਸ ਨਾਨਕੀ ਦੇ ਘਰ ਵੱਲ ਮੁੜ ਪਿਆ। ਵਿਹੜੇ 'ਚ ਸ੍ਰੀ ਚੰਦ ਦਾ ਹੱਥ ਫੜੀ ਨਾਨਕੀ ਗੁਣਗੁਣਾ ਰਹੀ ਸੀ। ਉਹਦੀ ਦਰਵਾਜ਼ੇ ਵੱਲ ਪਿੱਠ ਸੀ। ਹੁਣ ਤਾਂ ਪਿਤਾ ਜੀ ਆ ਗਏ ਨੇ। ਭੂਆ ਜੀ ਅੱਜ ਕੋਈ ਹੋਰ ਗੀਤ ਸੁਣਾਓ, ਸ੍ਰੀ ਚੰਦ ਨੇ ਕਿਹਾ। ਅਸੀਂ ਦੁਨਿਆਵੀ ਲੋਕ ਹਾਂ, ਹੱਥ ਔਲਾਦ ਦਾ ਹੀ ਫੜਦੇ ਹਾਂ। ਉਹਨਾਂ ਦੋਵਾਂ ਵਾਂਗ ਥੋੜ੍ਹੀ ਖਲਕਤ ਦੀ ਬਾਂਹ ਫੜ ਸਕਦੇ ਹਾਂ। ਪਿੱਠ ਪਿੱਛੇ ਖੜੇ ਮਰਦਾਨੇ ਨੂੰ ਆਪਣਾ ਰੁਤਬਾ ਸੁਣ ਘੁਮੇਰ ਆ ਗਈ। ਉਹ ਭੈਣ ਦੀ ਦੇਹਲੀ ਅੰਦਰ ਡਿੱਗਣਾ ਵੀ ਨਹੀਂ ਸੀ ਚਾਹੁੰਦਾ। ਦਿਸਣ ਲਈ ਉਹਨੇ ਕੁਝ ਕਦਮ ਨਾਨਕੀ ਵੱਲ ਪੁੱਟੇ। ਵੱਡੇ ਵੀਰ, ਹੁਣ ਵੀਰ ਘਰ ਨਹੀਂ ਹੈ, ਤੂੰ ਮੈਨੂੰ ਕੱਲੀ ਰਬਾਬ ਵਜਾ ਕੇ ਵਿਖਾ, ਵੇਖਾਂ ਵੀਰ ਕੀ ਸੁਣਦਾ ਰਹਿੰਦਾ ਮਰਦਾਨੇ ਕੋਲੋਂ। ਮੈਨੂੰ ਪਤਾ ਬੀਬੀ, ਮੇਰੇ ਸਾਈਂ ਦੀ ਭੈਣ ਬਣ ਕੇ ਜੀਣਾ ਸੌਖਾ ਨਹੀਂ ਹੈ। ਤੂੰ ਮੈਨੂੰ ਬਹੁਤਾ ਨਾ ਵਡਿਆ, ਮੈਂ ਭੈਣ ਦੀ ਤ੍ਰਿਸ਼ਨਾ ਤੋਂ ਦੂਰ ਨਹੀਂ ਜਾਣਾ। ਉਹਨੇ ਮੁਸਕਰਾ ਕੇ ਮਰਦਾਨੇ ਵੱਲ ਵੇਖਿਆ। ਮੈਂ 2 ਭਾਈਆਂ ਦੀ ਭੈਣ ਹਾਂ, ਬਾਕੀ ਮੂੰਹ ਉੱਪਰ ਛੱਡ ਦੇ। ਫਿਰ ਉਹ ਇੱਕੋ ਮੰਜੇ 'ਤੇ ਬੈਠੇ ਗੱਲਾਂ ਕਰਦੇ ਰਹੇ। ਬਾਬੇ ਨੂੰ ਕੁਝ ਲੋਕ ਬਾਹਰ ਸਤਸੰਗ ਲਈ ਲੈ ਗਏ ਸੀ। ਸ੍ਰੀ ਚੰਦ ਸਭ ਕੁਝ ਚੁੱਪਚਾਪ ਕੋਲ ਖੜਾ ਸੁਣਦਾ ਰਿਹਾ। ਬਚਪਨ 'ਚ ਇੱਕ ਵਾਰ ਤੈਨੂੰ ਤਾਂ ਸੋਝੀ ਹੋਣੀ ਹੈ, ਜਦ ਵੀਰ ਹਰ ਚੀਜ਼ ਨੂੰ ਇੱਦਾਂ ਚੁੱਕਦਾ ਸੀ ਜਿਵੇਂ ਵੱਜਦੀ ਹੋਵੇ। ਇਹ ਉਹ ਦਿਨ ਸੀ ਜਦੋਂ ਪਹਿਲੇ ਲਫ਼ਜ਼ ਹਾਲੇ ਬੋਲਣ ਹੀ ਲੱਗਿਆ ਸੀ। ਬੀਬੀ, ਉਦੋਂ ਮੈਨੂੰ ਅੰਮੀ ਜ਼ਿਆਦਾ ਨੇੜੇ ਨਹੀਂ ਸੀ ਜਾਣ ਦਿੰਦੀ। ਬੇਦੀਆਂ ਦੀ ਸੁੱਚ ਚੇਤੇ ਕਰਾਉਂਦੀ ਰਹਿੰਦੀ ਸੀ। ਅੰਮੀ ਨੂੰ ਕੀ ਪਤਾ ਸੀ ਬੇਦੀਆਂ ਦੀ ਸੁੱਚ ਦਾ ਪਹਿਰੇਦਾਰ ਇਹ ਨਹੀਂ ਬਣਨਾ। ਬੀਬੀ, ਇਸ ਤਰ੍ਹਾਂ ਨਾ ਬੋਲ, ਮੇਰਾ ਰੁਤਬਾ ਹਾਲੇ ਵੀ ਮਰਾਸੀ ਦਾ ਹੀ ਹੈ। ਵੱਡੇ ਵੀਰ ਤੇ ਛੋਟੇ ਵੀਰ 'ਚ ਕੀ ਰਿਸ਼ਤਾ ਹੈ, ਇਹ ਤਾਂ ਨਾਨਕੀ ਵੀ ਨਹੀਂ ਬਦਲ ਸਕਦੀ। ਮਰਦਾਨਾ ਚੁੱਪ ਹੋ ਗਿਆ। ਚੱਲ ਮੂੰਹ ਚੁੱਕ ਤਾਂ, ਭੈਣਾਂ ਅੱਗੇ ਨਹੀਂ ਰੋਈਦਾ। ਮੈਨੂੰ ਵੇਖ, ਮੈਂ ਤੁਹਾਨੂੰ ਫੇਰ ਜਾਂਦਿਆਂ ਵੇਖਣਾ। ਸੁਲਤਾਨਪੁਰ 'ਚ ਫੈਲਦੀ ਖਬਰ ਦੂਰ ਤੱਕ ਫੈਲ ਗਈ ਸੀ। ਬਹੁਤ ਸਾਰੇ ਲੋਕ, ਫਕੀਰ, ਸਾਧ ਅਕਸਰ ਨਾਨਕੀ ਦੇ ਦਰ 'ਤੇ ਆ ਕੇ ਦਿਨ ਭਰ ਪੁੱਛਦੇ ਰਹਿੰਦੇ। ਕੱਲ੍ਹ ਸ਼ਾਮ ਤੋਂ ਬਾਬੇ ਨੇ ਘਰ ਦੇ ਸਾਹਮਣੇ ਬਰੋਟੇ ਥੱਲੇ ਆਪਣਾ ਡੇਰਾ ਜਮਾ ਲਿਆ ਸੀ। ਅੱਜ ਦੁਪਹਿਰ ਦੀ ਰੋਟੀ ਵੀ ਮਰਦਾਨਾ ਉੱਥੇ ਹੀ ਲੈ ਕੇ ਗਿਆ ਸੀ। ਅੱਜ ਸਵੇਰੇ ਮੈਲਸੀਏ ਤੋਂ ਭਗੀਰਥ ਵੀ ਆ ਪਹੁੰਚਿਆ। ਦਿਨੇ ਜੈਰਾਮ ਵੀ ਹੁਣ ਕਈ ਵਾਰ ਘਰ ਚੱਕਰ ਲਾਉਣ ਆ ਜਾਂਦਾ। ਸਤਸੰਗ ਲਈ ਅੰਨ, ਦੁੱਧ ਤੇ ਲੰਗਰ ਤੋਂ ਉਹਨੇ ਕੁਝ ਨਹੀਂ ਕਿਹਾ। ਰੋਜ਼ਾਨਾ ਰਾਤ ਨੂੰ ਕੀਰਤਨ ਸਮੇਂ ਨਾਨਕੀ ਦੇ ਘਰ ਤੱਕ ਸਾਰੀ ਜਗ੍ਹਾ ਭਰ ਜਾਂਦੀ। ਇੱਕ ਦਿਨ ਸਵੇਰੇ ਕੀਰਤਨ ਤੋਂ ਬਾਅਦ ਜਦੋਂ ਮਰਦਾਨਾ ਘਰ ਆਇਆ ਤਾਂ ਦੇਹਲੀ ਦੇ ਦੋਵੇਂ ਪਾਸੇ ਚੋਇਆ ਤੇਲ ਵੇਖਿਆ। ਡਿਉਢੀ 'ਚ ਨਾਨਕੀ ਖੜੀ ਸੀ। ਵੀਰ ਨੂੰ ਤਲਵੰਡੀ ਦੇ ਬਾਹਰ ਨਾ ਬੈਠਣ ਦੇਈਂ, ਭਾਬੀ ਕੋਲ ਛੱਡ ਕੇ ਆਈ। ਬੀਬੀ, ਸਾਈ ਨੂੰ ਤੋਰਨਾ ਮੇਰੇ ਵੱਸ ਹੈ। ਤੂੰ ਇੱਕ ਮਰਾਸੀ ਨੂੰ ਹੀ ਕਿਉਂ ਕਹਿ ਰਹੀ ਹੈ? ਤੇ ਜੇ ਤੂੰ ਮੈਨੂੰ ਮਰਾਸੀ ਲੱਗੇ ਤਾਂ ਹੀ ਨਾ, ਤੇਰੇ ਬਿਨਾਂ ਉਹਨੂੰ ਕੋਈ ਹੋਰ ਰੋਕ ਸਕਦਾ ਹੈ? ਲੈ ਸੱਚ ਦੱਸੀ। ਭੈਣ, ਉਦੋਂ ਮੈਂ ਪਹਿਲਾਂ ਕੁਝ ਸੋਚ ਕੇ ਥੋੜ੍ਹੀ ਰੱਖਿਆ ਹੁੰਦਾ। ਬੇਫਿਕਰੀ 'ਚ ਬੋਲ ਪੈਣਾ ਜੋ ਵੀ ਯਾਦ ਆਉਂਦਾ। ਚੱਲ ਫਿਰ ਉਸ ਤਰ੍ਹਾਂ ਆ ਜਿਵੇਂ ਰਬਾਬ ਖਰੀਦਣ ਵੇਲੇ ਆਇਆ ਸੀ। ਉਦੋਂ ਤਾਂ ਮੈਂ ਸਵਾਲੀ ਬਣ ਕੇ ਆਇਆ ਸੀ। ਮਰਦਾਨਾ ਉੱਚੀ ਉੱਚੀ ਹੱਸਿਆ। ਅੱਜ ਮੈਂ ਸਵਾਲੀ ਹਾਂ ਨਾ। ਹੁਣ ਤੂੰ ਕਿਉਂ ਅੱਖਾਂ ਭਰ ਆਇਆ? ਇਹ ਕਾਹਦਾ ਮਰਾਸੀ ਹੈ? ਲੋਕਾਂ ਨੂੰ ਹਸਾਉਣ ਦੀ ਜਗ੍ਹਾ ਅੱਥਰੂ ਵਿਖਾਉਣ ਲੱਗ ਪੈਣਾ। ਇੱਕ ਤਾਂ ਤੁਸੀਂ ਦੋਵੇਂ ਭੈਣ ਭਾਈ, ਉਹ ਕੁਝ ਹੋਰ ਕਹਿੰਦਾ। ਦਰਵਾਜ਼ੇ ਅੰਦਰ ਬਾਬਾ ਆਉਂਦਾ ਦਿਸਿਆ। ਅਸੀਂ ਦੋਵੇਂ ਤੈਨੂੰ ਇੱਕ ਗੱਲ ਕਹੀਏ? ਨਾਨਕੀ ਕੁਝ ਹੋਰ ਕਹਿੰਦੀ। ਬਾਬੇ ਨੇ ਹਾਂ ਦੀ ਜ਼ਿੰਮੇਵਾਰੀ ਨਾਲ ਸਿਰ ਝੁਕਾ ਲਿਆ। ਦੂਰ ਕਿਸੇ ਮੰਦਰ ਦੇ ਸ਼ੰਖ ਦੀ ਆਵਾਜ਼ ਸੁਣੀ। ਖਤਮ ਹੁੰਦੀ ਰਾਤ ਨਾਲ ਚਾਨਣੀ ਵੱਧ ਰਹੀ ਸੀ। ਘਰ ਦੇ ਸਾਹਮਣੇ ਵਾਲੇ ਖੂਹ 'ਤੇ ਬਾਬਾ ਇਸ਼ਨਾਨ ਕਰਦਾ ਦਿਸ ਰਿਹਾ ਸੀ। ਆਪ ਮਰਦਾਨਾ ਪਹਿਲਾਂ ਨਹਾ ਚੁੱਕਾ ਸੀ। ਦਲਾਨ 'ਚ ਬਲਦੇ 2 ਛੱਤੇ ਦੀਵਿਆਂ ਸਾਹਮਣੇ ਨਾਨਕੀ ਸਫ਼ਰਾਂ ਲਈ ਸਮਾਨ ਇਕੱਠਾ ਕਰਦੀ ਨਾਲ ਮਰਦਾਨੇ ਨੂੰ ਦੱਸਦੀ ਵੀ ਜਾਂਦੀ ਸੀ। ਆ ਮੈਂ ਪਿੱਤਲ ਦੀ ਨਵੀਂ ਦੁਆਤ 'ਚ ਸਿਆਹੀ ਘੋਲ ਕੇ ਰੱਖ ਦਿੱਤੀ ਏ, ਕਲਮ ਉਹ ਆਪੇ ਘੜ ਲਏਗਾ। ਤਾਜ਼ੀ ਪੱਕਦੀ ਰੋਟੀ ਦੀ ਖੁਸ਼ਬੂ ਵੀ ਆ ਰਹੀ ਸੀ। ਇਹ ਸਰਦੀਆਂ ਦੇ ਚੋਗੇ ਨੇ। ਮੈਂ ਕਈ ਵਾਰ ਸੋਚਿਆ ਪੁਰਾਣਾ ਮੇਚ ਏ, ਪਤਾ ਨਹੀਂ ਵੀਰ ਲਿੱਸੇ ਹੋ ਗਏ ਹੋਣਗੇ। ਮਰਦਾਨੇ ਨੇ ਦੋਵਾਂ ਚਿਰਾਗਾਂ ਵਿਚਕਾਰ ਖੜੀ ਭੈਣ ਨੂੰ ਵੇਖਿਆ। ਭੈਣਾਂ ਦੀਆਂ ਨੁਹਾਰਾਂ ਪਤਾ ਨਹੀਂ ਕਦੋਂ ਨਾਨਕੀ ਹੋ ਜਾਂਦੀਆਂ ਨੇ। ਹੁਣ ਚੁੱਪ ਨਾ ਰਿਹਾ ਗਿਆ। ਛੋਟੀ ਬੀਬੀ ਨੇ ਵੇਖ ਕੇ ਪਛਾਣ ਲੈਣਾ ਕਿ ਵੱਡੀ ਬੀਬੀ ਕੋਲੋਂ ਹੋ ਕੇ ਆਏ ਨੇ। ਉਹ ਮੁਸਕਰਾ ਕੇ ਅੰਦਰ ਚਲੀ ਗਈ। ਵਿਹੜੇ 'ਚ ਇਸ਼ਨਾਨ ਕਰਕੇ ਆਉਂਦਾ ਮੁਸਕਰਾਉਂਦਾ ਬਾਬਾ ਦਿਸਿਆ। ਬਿਨਾਂ ਚੋਗੇ ਤੋਂ ਵੀ ਬਾਬਾ ਕਿੰਨਾ ਸੋਹਣਾ ਲੱਗ ਰਿਹਾ ਸੀ। ਨਾਨਕੀ ਦੇਹਲੀ ਤੋਂ ਬਾਹਰ ਪਿੱਪਲ ਤੱਕ ਛੱਡਣ ਆਈ। ਹਾਲੇ ਲੋਕ ਘਰੋਂ ਬਾਹਰ ਨਹੀਂ ਸੀ ਨਿਕਲੇ। ਚਾਨਣੀ ਸੀ। ਜਾਂਦੀਆਂ ਪਿੱਠਾਂ ਕਾਫੀ ਦੂਰ ਤੱਕ ਦਿਸਦੀਆਂ ਰਹੀਆਂ। ਤੁਰਨ ਵੇਲੇ ਵੀ ਉਹ ਕਹਿਣਾ ਨਹੀਂ ਸੀ ਭੁੱਲੀ, ਵੀਰ ਤਲਵੰਡੀ ਵਿੱਚ ਦੀ ਲੰਘੀ। ਇਸ ਆਵਾਜ਼ ਨਾਲ ਸੁਲਤਾਨਪੁਰ ਪਿੱਛੇ ਰਹਿ ਗਿਆ। ਹੌਲੀ ਹੌਲੀ ਉਹ ਅੱਗੇ ਲੰਘ ਗਏ। ਚਾਨਣ ਹੋ ਗਿਆ ਸੀ। ਆਕਾਰਾਂ ਨੇ ਨੁਹਾਰਾਂ 'ਚ ਬਦਲ ਕੇ ਦਿਸਣ ਲੱਗ ਪੈਣਾ ਸੀ। ਸਭ ਤੋਂ ਪਹਿਲਾਂ ਬਾਬੇ ਦੀ ਦਾੜ੍ਹੀ 'ਚ ਕਿਤੇ ਰੰਗ ਬਦਲਦਾ ਵਾਲ ਦਿਸਿਆ। ਇਹ ਕਾਲੇ ਵਾਲਾਂ ਦੀ ਸੁਹੱਪਣ 'ਚ ਵਾਧਾ ਸੀ। ਚਾਨਣ ਵੀ ਤਾਂ ਹਾਲੇ ਟਾਵਾਂ ਹੋ ਰਿਹਾ ਸੀ।
ਅੱਜ ਨਾਨਕੀ ਨੇ ਦੋਵਾਂ ਨੂੰ ਐਵੇਂ ਸਜਾ ਕੇ ਭੇਜਿਆ ਜਿਵੇਂ ਦੋ ਸ਼ਾਹੀ ਫਕੀਰ ਦਰਬਾਰਾਂ ਵੱਲ ਮੁੜ ਰਹੇ ਹੋਣ। ਅੱਜ ਦੋਵਾਂ ਦੇ ਇੱਕੋ ਜਿਹੇ ਭਗਵੇਂ ਚੋਗੇ ਪਾਏ ਸਨ, ਇੱਕੋ ਜਿਹੀਆਂ ਪਗੜੀਆਂ ਸਨ। ਇਹ ਰਾਹ ਲਾਲੋ ਦੇ ਪਿੰਡ ਨੂੰ ਜਾਂਦਾ ਹੈ ਮਰਦਾਨਿਆਂ। ਸੁਲਤਾਨਪੁਰ ਤੋਂ ਬਾਹਰ ਨਿਕਲ ਕੇ ਪਹਿਲੀ ਵਾਰ ਬਾਬਾ ਬੋਲਿਆ। ਮਰਦਾਨੇ ਨੇ ਇਸ ਰਾਹ ਉੱਤੇ ਉੱਗੀ ਬਨਸਪਤੀ ਨੂੰ ਦੂਰ ਤੱਕ ਨਿਹਾਰਿਆ। ਇਹ ਲਾਲੋ ਦੇ ਘਰ ਨੂੰ ਜਾਂਦੇ ਰੁੱਖਾਂ ਨੇ ਵਿਛੋੜੇ ਦੀਆਂ ਜੜ੍ਹਾਂ ਮਿੱਟੀ ਹਵਾਲੇ ਕਰ ਆਪਣੇ ਸਿਰਾਂ ਉੱਪਰ ਕਿਵੇਂ ਹਰਿਆਲੀ ਉਗਾ ਲਈ ਸੀ। ਇਹ ਬਾਬੇ ਨੇ ਕਿਹੜੀ ਤਾਨ ਛੇੜਤੀ ਸੀ। ਸਾਹਮਣੇ ਸੁੰਨੇ ਖਲਵਾੜੇ ਦਿਸਣ ਲੱਗ ਪਏ ਸਨ। ਵਾਹੇ ਹੋਏ ਖੇਤਾਂ ਦੀਆਂ ਢੀਮਾਂ ਥੱਲਿਓਂ ਅਨਾਜ ਲੱਭਦੇ ਕੀੜੇ ਮਿੱਟੀ 'ਚ ਅੰਨ ਦੀ ਖੁਸ਼ਬੂ ਤਲਾਸ਼ ਰਹੇ ਸਨ। ਮਰਦਾਨੇ ਨੂੰ ਖਿਆਲ ਆਇਆ ਕੋਈ ਅਜਿਹਾ ਹੱਲ ਦਿਸੇ ਜੋ ਲਾਲੋ ਦੇ ਹੱਥਾਂ ਦਾ ਬਣਿਆ ਹੋਵੇ। ਕਿਰਤ ਨੂੰ ਛੂਹਣ ਲਈ ਕੀ ਲਾਲੋ ਦੀ ਗਲੀ 'ਚੋਂ ਦੀ ਲੰਘਣਾ ਪਏਗਾ? ਅਗਲੇ ਮੋੜ ਤੇ ਭਗੀਰਥ ਦੇ ਪਿੰਡ ਮੈਲਸੀਏ ਨੂੰ ਜਾਂਦੀ ਡੰਡੀ ਦਿਸੀ। ਇਹਨਾਂ ਰਿਸ਼ਤਿਆਂ ਨਾਲ ਅੰਦਰ ਥੱਕ ਦੀ ਤਾਕਤ ਮੁੜ ਜਾਗ ਪੈਂਦੀ ਏ। ਕਈ ਵਾਰ ਜਾਪਦਾ ਇਹਦੇ ਅੰਦਰ ਇੱਕ ਤਾਕਤ ਏ ਜਿਹਨੂੰ ਇਹ ਇਸਤੇਮਾਲ ਨਹੀਂ ਕਰ ਸਕਿਆ। ਇਹਨਾਂ ਰਿਸ਼ਤਿਆਂ ਨਾਲ ਊਰਜਾ ਦੁਬਾਰਾ ਆਪਣੀ ਯਾਦ ਚੇਤੇ ਕਰਾ ਦਿੰਦੀ ਏ। ਸਾਹਮਣੇ ਵਗਦੇ ਬਿਆਸ ਦਾ ਤਲ ਚਮਕਿਆ। ਹੁਣ ਦਰਿਆਵਾਂ ਨੂੰ ਵੇਖ ਕੇ ਮਨ ਓਨਾ ਉਤਾਵਲਾ ਨਹੀਂ ਹੁੰਦਾ। ਉਹਨੇ ਸਮੁੰਦਰ ਵੇਖ ਲਿਆ ਸੀ। ਪੱਤਣ ਉੱਤੇ ਫਿਰਦੀ ਨੰਗੀ ਪਿੱਠ ਉੱਪਰ ਚਮਕਦਾ ਜਨੇਊ ਚੰਗਾ ਲੱਗਿਆ। ਬਾਬਾ ਇੱਕ ਬੇੜੀ ਕੋਲ ਬੈਠੇ ਮਲਾਹ ਕੋਲ ਬਿਨਾਂ ਕੁਝ ਕਹੇ ਚੁੱਪਚਾਪ ਬੈਠ ਗਿਆ। ਬਾਬੇ ਦੇ ਤਿਲਕ ਉੱਪਰ ਨਾਨਕੀ ਦੇ ਲਾਏ ਖੋਹ ਟਿੱਕੇ ਨਾਲੋਂ ਕਈ ਰੰਗਾ ਹੋ ਗਿਆ ਸੀ। ਚੱਲਦੇ ਪਾਣੀ 'ਚ ਮਰਦਾਨੇ ਨੇ ਵੇਖਿਆ ਅਜਿਹਾ ਟਿੱਕਾ ਤਾਂ ਬੀਬੀ ਨਾਨਕੀ ਨੇ ਉਹਦੇ ਵੀ ਲਾਇਆ ਸੀ। ਦਰਿਆ ਪਾਰੋਂ ਪੱਕਦੇ ਗੁੜ ਦੀ ਖੁਸ਼ਬੂ ਆ ਰਹੀ ਸੀ। ਮਲਾਹ ਨਾ ਤੁਰਨ ਲੱਗੇ ਨਾ ਦਰਿਆ 'ਚ ਕੁਝ ਬੋਲਿਆ। ਪੱਤਣ ਦੇ ਉਸ ਪਾਰ ਜਾ ਕੇ ਵੀ ਉਹਨੇ ਬੇੜੀ ਬੰਨ੍ਹੀ ਤੇ ਚੁੱਪਚਾਪ ਸਾਹਮਣੇ ਟਿੱਬੀ ਤੇ ਦਿਸਦੀ ਝੌਂਪੜੀ ਵੱਲ ਚੱਲ ਪਿਆ। ਬਾਬਾ ਵੀ ਚੁੱਪਚਾਪ ਚੀਨਾ ਪੱਟੀ ਨੂੰ ਜਾਂਦੇ ਰਾਹ ਵੱਲ ਚੱਲ ਪਿਆ। ਪਿਛਲੇ ਕੁਝ ਦਿਨਾਂ ਤੋਂ ਹਰ ਰੋਜ਼ ਠੰਡ ਵੱਧ ਰਹੀ ਸੀ। ਢਲਦੀ ਸ਼ਾਮ ਦੇ ਪਰਛਾਵਿਆਂ ਨਾਲ ਠਾਰੀ ਵੱਧ ਰਹੀ ਸੀ। ਦੂਰ ਕਿਸੇ ਹਵੇਲੀ 'ਚ ਕਾਂਸੀ ਦਾ ਭਾਂਡਾ ਗਿਰਿਆ। ਅਗਲਾ ਪੜਾਅ ਸ਼ਾਇਦ ਇਸੇ ਪਿੰਡ ਹੋਏਗਾ। ਸੁਲਤਾਨਪੁਰ ਤੋਂ ਉੱਤਰ ਪੱਛਮ ਵੱਲੋਂ ਬਿਆਸ ਦਰਿਆ ਪਾਰ ਕਰਕੇ ਚੀਨਾ ਪੱਟੀ ਨਗਰ ਪਹੁੰਚੇ। ਪੱਟੀ ਦੇ ਘੜਿਆਲੀ ਨੇ ਦੁਪਹਿਰ ਦੀ ਘੜਿਆਲ ਵਜਾਈ। ਕਿਲੇ ਅੱਗੇ ਪਿੱਪਲ ਥੱਲੇ ਇੱਕ ਥੱਕਿਆ ਮਦਾਰੀ ਆਪਣੇ ਰਿੱਛ ਨਾਲ ਬੈਠਾ ਦਿਸਿਆ। ਉਹਦਾ ਬਾਂਦਰ ਛੁੱਟ ਕੇ ਪਠਾਣਾਂ ਦੀ ਗੜੀ 'ਚ ਜਾ ਵੜਿਆ ਸੀ। ਅੰਦਰੋਂ ਇੱਕ ਗੁਸੈਲ ਸਿਪਾਹੀ ਆਇਆ। ਬਾਂਦਰ ਤੇਰਾ? ਨਹੀਂ। ਮਰਦਾਨਾ ਚੁੱਪਚਾਪ ਮਦਾਰੀ ਵੱਲ ਵੇਖਦਾ ਰਿਹਾ। ਥੋੜ੍ਹਾ ਆਰਾਮ ਕਰਕੇ ਜਦੋਂ ਤੁਰੇ ਤਾਂ ਮਦਾਰੀ ਹਾਲੇ ਵੀ ਬਾਂਦਰ ਦੇ ਆਉਣ ਦਾ ਇੰਤਜ਼ਾਰ ਕਰ ਰਿਹਾ ਸੀ। ਉਹਨੂੰ ਪਤਾ ਸੀ ਪਠਾਣਾਂ ਦੇ ਕਿਲੇ 'ਚ ਬਾਂਦਰ ਜ਼ਿਆਦਾ ਦੇਰ ਨਹੀਂ ਟਿਕ ਸਕਦਾ। ਪੱਟੀ ਤੋਂ ਬਾਹਰ ਖੁੱਲ੍ਹੇ ਖੇਤ ਦਿਸਣ ਲੱਗ ਪਏ ਸਨ। ਕਈ ਪਠਾਣੀ ਚਿਹਰੇ ਉਹਨਾਂ ਕੋਲੋਂ ਕੁਝ ਪੁੱਛਦੇ ਲੰਘ ਗਏ। ਮਰਦਾਨੇ ਨੂੰ ਪਤਾ ਸੀ ਜਿੰਨੇ ਹਲ ਚੱਲ ਰਹੇ ਨੇ ਬਾਬੇ ਦੇ ਸਵਾਸ ਮਿੱਟੀ ਨਾਲ ਜ਼ਰੂਰ ਠਹਿਕਣਗੇ। ਕੁਝ ਜੋੜੀਆਂ ਜਿਨ੍ਹਾਂ ਦੇ ਜੋਤਾਂ ਨੂੰ ਪਿੱਤਲ ਦੇ ਕੁੰਡੇ ਸਨ, ਉਹਨਾਂ ਤੋਂ ਅੱਗੇ ਬਾਬਾ ਇੱਕ ਸਧਾਰਨ ਹਾਲੀ ਕੋਲ ਰੁਕਿਆ। ਕੀ ਵੇਖਦੇ ਹੋ? ਤੁਹਾਡੇ ਵਰਗੇ ਸਾਧਾਂ ਸੰਤਾਂ ਨੂੰ ਰੋਟੀ ਖਵਾਉਂਦੇ ਹਾਂ, ਟੱਬਰ ਪਾਲਦੇ ਹਾਂ, ਸਾਕਾ ਸੰਬੰਧੀਆਂ ਨਾਲ ਵਰਤਦੇ ਹਾਂ। ਕਿਸਾਨ ਨੇ ਹਲ ਰੋਕ ਲਿਆ ਸੀ। ਇਹਦੇ ਨੇੜੇ ਤੇੜੇ ਇੱਕ ਹੋਰ ਕਿਰਸਾਨੀ ਵੀ ਹੈ, ਆਤਮਾ ਦੀ ਕਿਰਸਾਨੀ। ਦੋਵਾਂ ਦੀ ਮਿਲ ਕੇ ਖੇਤੀ ਕਰਿਆ ਕਰੋ। ਥੋੜ੍ਹੀ ਦੇਰ ਲਈ ਬਾਬਾ ਖੇਤ ਦੀ ਵੱਟ ਉੱਤੇ ਬੈਠ ਗਿਆ। ਇਸ ਤੋਂ ਬਾਅਦ ਉਹ ਖਾਲੜੇ ਤੇ ਘਵਿੰਡੀ ਦੇ ਨਗਰਾਂ ਵਿੱਚੋਂ ਦੀ ਲੰਘੇ। ਅੱਗੇ ਰੇਤੀਲੇ ਟਿੱਬੇ ਦੀ ਚੜ੍ਹਾਈ ਸੀ। ਬਾਬਾ ਤਲਵੰਡੀ ਨੂੰ ਜਾਂਦੇ ਵਕਤ ਖੜਾਵਾਂ ਨਹੀਂ ਚਾਹੀਦੀਆਂ, ਆਉਂਦੇ ਵਕਤ ਭਾਵੇਂ ਪਈਆਂ ਹੋਣ। ਮਰਦਾਨੇ ਦੀ ਟਿੱਚਰ ਨਾਲ ਬਾਬੇ ਦਾ ਸਿਰ ਹਿਲਦਾ ਦਿਸਿਆ। ਇਹ ਪਤਾ ਨਹੀਂ ਸੀ ਆਉਣ ਲਈ ਸੀ ਜਾਂ ਜਾਣ ਲਈ ਸੀ। ਅੱਗੇ ਚੌੜੇ ਪੱਟ ਦੀ ਉਹ ਨਦੀ ਆ ਗਈ ਜੋ ਵਿਚਕਾਰੋਂ ਇਕੱਠੀ ਹੁੰਦੀ ਚਲੀ ਜਾਂਦੀ ਸੀ। ਇਹ ਹਰ ਬਰਸਾਤ 'ਚ ਆਪਣੇ ਹੀ ਰੇਤੇ ਦੇ ਢੇਰ ਬਣਾ ਆਪਣਾ ਰਸਤਾ ਰੋਕ ਲੈਂਦੀ ਸੀ। ਲੰਬੀ ਬਰਸਾਤ ਤੋਂ ਬਾਅਦ ਹੁਣ ਇਸ ਤਰ੍ਹਾਂ ਹੀ ਸੀ। ਇਸ ਤੋਂ ਅੱਗੇ ਉਹ ਜਾਣੇ ਪਛਾਣੇ ਪਿੰਡ ਸ਼ੁਰੂ ਹੋ ਜਾਣੇ ਸਨ, ਜਿਨ੍ਹਾਂ ਤੱਕ ਉਹ ਅੱਬਾ ਨਾਲ ਕਈ ਵਾਰ ਪਿੰਡ ਕਮਾਉਣ ਆਇਆ ਸੀ। ਪਰ ਇਸ ਵਾਰ 12 ਸਿਆਲ ਤੇ 12 ਗਰਮੀਆਂ ਬਾਅਦ ਉਹ ਪਿੰਡ ਵੇਖਣੇ ਸਨ। ਪਿੰਡ ਤਾਂ ਉਵੇਂ ਜਿਵੇਂ ਹੀ ਸਨ, ਪਰ ਗੜੀਆਂ ਕਿਲੇ ਉੱਚੇ ਹੋ ਗਏ ਸਨ। ਬਹੁਤ ਹੀ ਸੁਭਾਵਕ ਆਵਾਜ਼ਾਂ ਆ ਤਾਂ ਰਹੀਆਂ ਸਨ, ਪਰ ਪਹਿਲਾਂ ਨਾਲੋਂ ਘੱਟ ਸਨ। ਉਚਾਣਾ ਨਿਵਾਣਾ ਨੇ ਆਪਣੇ ਆਪ ਨੂੰ ਉਵੇਂ ਜਿਵੇਂ ਹੀ ਸਾਂਭ ਰੱਖਿਆ ਸੀ। ਪਿਛਲੇ ਪਿੰਡ ਦੇ ਖੂਹ 'ਤੇ ਕੀਤੇ ਇਸ਼ਨਾਨ ਦਾ ਕਾਂਬਾ ਹਾਲੇ ਹਟਿਆ ਨਹੀਂ ਸੀ। ਮਰਦਾਨੇ ਦਾ ਜੀ ਕਰਦਾ ਸੀ ਹਾੜੀ ਲਈ ਸੋਧੀ ਧਰਤੀ ਨੂੰ ਵੇਖੀ ਜਾਵਾਂ, ਨਿੱਘ ਬਾਣਾ, ਪਰ ਬੋਲਾਂ ਦੀਆਂ ਸੁੰਨੀਆਂ ਖਾਲੀ ਥਾਵਾਂ ਦੱਸਦੀਆਂ ਸੀ ਇਨਸਾਫ ਨਹੀਂ ਹੋਇਆ। ਹੁਣੇ ਉਹਨੇ ਕਮੀਣਾ ਕੋਲੋਂ ਧਾਣਕ ਜਾਤ ਦੇ ਲੋਕ ਹੱਥ ਅੱਡ ਕੇ ਮੰਗਦੇ ਵੇਖੇ ਸਨ। ਇੱਕ ਵਾਰ ਤਾਂ ਉਹਦਾ ਜੀ ਵੀ ਕੀਤਾ ਕਿ ਬਾਬੇ ਨੂੰ ਪੁੱਛਾਂ, ਬਾਬਾ ਤਲਵੰਡੀ ਜਾਣ ਲਈ ਕੋਈ ਹੋਰ ਵੀ ਰਸਤਾ ਹੈਗਾ? ਫਿਰ ਸਾਹਮਣੇ ਨਜ਼ਰ ਮਾਰੀ। ਬਾਬਾ ਰਾਏ ਬੁਲਾਰ ਦੀ ਅੱਧੀ ਦਾਨ ਕੀਤੀ ਭੂਮੀ ਉੱਪਰ ਫਕੀਰਾਂ ਵਾਂਗ ਲੰਘ ਰਿਹਾ ਸੀ। ਉਹਨੇ ਵੱਟ 'ਤੇ ਖੜੀ ਕਿੱਕਰ ਦੇ ਗੂੰਦ 'ਚ ਫਸੀ ਕੀੜੀ ਦੀ ਟੰਗ ਬਾਹਰ ਕੱਢੀ। ਤਲਵੰਡੀ ਦੇ ਨੇੜੇ ਆ ਕੇ ਕਿੰਨਾ ਦਿਸਣ ਲੱਗ ਪੈਂਦਾ ਬਾਬਾ? ਬਾਬੇ ਨੇ ਪਹਿਲਾਂ ਵਾਂਗ ਹੀ ਸਿਰ ਹਿਲਾਇਆ।
ਜਦੋਂ ਤਲਵੰਡੀ ਦੀਆਂ ਗਲੀਆਂ 'ਚ ਵੜੇ ਤਾਂ ਵਿਹੜਿਆਂ 'ਚ ਹਾੜੀ ਦੇ ਬੀਜ ਸੁੱਕ ਰਹੇ ਸਨ। ਬਾਸੂ ਘਰਾਂ ਦੀਆਂ ਆਵਾਜ਼ਾਂ ਸੁਣ ਰਹੀਆਂ ਸਨ। ਧੰਨਵਾਦ। ਚੱਲਦਾ।